वाहिगुरू जी का खालसा वाहिगुरू जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਗੁਰੂ ਅਰਜਨ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ਲੋਕ ਜਿਹੜੇ ਸ਼ਲੋਕ 12 ਤੇ ਵਧੇਕ ਦੇ ਸਿਰਲੇਖ ਹੇਠਾਂ ਦਰਜ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1425 1426 ਦੇ ਉੱਪਰ ਸੁਸ਼ੋਭਿਤ ਹਨ। ਉਹਨਾਂ ਦੇ ਵਿੱਚੋਂ ਅਸੀਂ 10 ਸ਼ਲੋਕਾਂ ਦੀ ਵਿਚਾਰ ਪਿਛਲੇ ਹਫ਼ਤੇ ਕਰ ਚੁੱਕੇ ਹਾਂ। ਅੱਜ ਸ਼ਲੋਕ ਨੰਬਰ 11 ਤੋਂ ਅੱਗੇ ਵਿਚਾਰ ਨੂੰ ਕੰਟੀਨਿਊ ਕਰਾਂਗੇ। ਸੋ ਆਓ ਪਹਿਲਾਂ ਸ਼ਲੋਕ ਨੰਬਰ 11 ਦਾ ਪਾਠ ਕਰ ਲੈਂਦੇ ਹਾਂ ਜੀ। ਕੁਪੜੀ ਕੁਥਾਏ ਮਿੱਠੀ ਗਲਨ ਕੁਮੰਤਰੀਆ ਨਾਨਕ ਸੇਈ ਉਬਰੇ ਜਿਨ੍ਹਾਂ ਭਾਗ ਥਾ ਹੈ। ਇਹ ਜਿਹੜੇ ਸ਼ਲੋਕ ਨੇ ਅੱਛਾ ਚਲੋ ਇੱਕ ਲਾਈਨ ਰਿਪੀਟ ਹੋ ਗਈ ਹੈ, ਨੰਬਰ ਵੀ ਰਿਪੀਟ ਹੋ ਗਿਆ, ਕੋਈ ਨਹੀਂ। ਇਹ ਸਾਰੇ ਜਿੰਨੇ ਸ਼ਲੋਕ ਨੇ 11 ਨੰਬਰ ਤੋਂ ਅੱਗੇ ਲੈ ਕੇ ਇਹ ਸਾਰੇ ਦੋ ਪੰਕਤੀਆਂ ਦੇ ਸ਼ਲੋਕ ਨੇ। ਵਿਚਕਾਰ ਕੁਝ ਸ਼ਲੋਕ ਲੰਬੇ ਵੀ ਪਹਿਲਾਂ ਆਏ ਸੀਗੇ, ਪਰ ਇੱਥੇ ਇਹ ਵਾਲੀ ਸੀਰੀਜ਼ ਵਿੱਚ ਤਕਰੀਬਨ ਸਾਰੇ ਹੀ ਦੋ ਪੰਕਤੀਆਂ ਦੇ ਸ਼ਲੋਕ ਨੇ। ਸੋ 11 ਨੰਬਰ ਸ਼ਲੋਕ ਵਿੱਚ ਗੁਰੂ ਅਰਜਨ ਪਾਤਸ਼ਾਹ ਫਰਮਾ ਰਹੇ ਹਨ, ਖੁਬੜੀ ਕੁਥਾਏ। ਖੁਬੜੀ ਦਾ ਅਰਥ ਹੈਗਾ ਖੁੱਬੀ ਹੋਈ। ਆਪ ਬਿਲਕੁਲ ਖਚਤ ਹੋ ਗਈ, ਜਿਵੇਂ ਪੱਕੀ ਕਿਸੇ ਚੀਜ਼ ਦੇ ਵਿੱਚ ਕੋਈ ਚੀਜ਼ ਖੁੱਭ ਜਾਣੀ। ਖੁੱਭ ਜਾਣਾ ਮਤਲਬ ਹੁੰਦਾ ਹੈ ਜਿਵੇਂ ਕੋਈ ਖੱਡਾ ਹੈ ਜਾਂ ਕੋਈ ਚੀਜ਼ ਹੈ ਤੇ ਕੋਈ ਉਹਦੇ ਅੰਦਰ ਚੀਜ਼ ਪੈ ਗਈ ਹੈ, ਉਹਦੇ ਅੰਦਰ ਹੀ ਫਿਕਸ ਹੋ ਗਈ ਹੈ। ਜਿਵੇਂ ਖੁਬੜੀ ਕੁਥਾਏ, ਕੁਥਾਏ ਲਫ਼ਜ਼ ਬਣਿਆ ਹੈ ਥਾਏ ਤੋਂ ਅੱਗੇ ਕੂ ਲਗਾ ਕੇ। ਆਮ ਤੌਰ ਤੇ ਪੰਜਾਬੀ ਬੋਲੀ ਦੇ ਵਿੱਚ ਇਹ ਨਿਯਮ ਹੈ ਕਿ ਜਿਹੜਾ ਕੂ ਅਗੇਤਰ ਹੈ ਉਹ ਜਿਸ ਵਰਡ ਦੇ ਨਾਲ ਲੱਗਦਾ ਹੈ ਉਹਦਾ ਮਾੜੇ ਅਰਥਾਂ ਦੇ ਵਿੱਚ, ਨੈਗੇਟਿਵ ਸੈਂਸ ਦੇ ਵਿੱਚ ਉਹਦੇ ਮੀਨਿੰਗ ਨੂੰ ਕਰ ਦਿੰਦਾ ਹੈ। ਤਾਂ ਥਾਏ ਦਾ ਅਰਥ ਹੈ ਥਾਂ ਜਾਂ ਜਗ੍ਹਾ, ਕੁਥਾਏ ਮਾੜੀ ਜਗ੍ਹਾ, ਭੈੜੀ ਜਗ੍ਹਾ। ਤੇ ਮਿੱਠੀ ਤਾਂ ਆਬਵੀਅਸਲੀ ਹੈ ਮੀਨਿੰਗ ਮਿੱਠੀ ਚੀਜ਼। ਗਲਨ, ਗਲਨ ਦਾ ਅਰਥ ਹੈ ਜਿਵੇਂ ਮਾਰਸ਼ੀ ਲੈਂਡ ਹੁੰਦਾ ਹੈ, ਚਿੱਕੜ ਹੁੰਦਾ ਹੈ, ਜਿਵੇਂ ਜਿਹਨੂੰ ਜਿੱਲਣ ਵੀ ਕਹਿੰਦੇ ਹਨ ਪੰਜਾਬੀ ਦੇ ਅੰਦਰ, ਜਿਹਦੇ ਵਿੱਚ ਪੈਰ ਫਸ ਜਾਏ ਤੇ ਬੰਦੇ ਨੂੰ ਤੁਰਨਾ ਵੀ ਮੁਸ਼ਕਲ ਹੋ ਜਾਂਦਾ। ਕੋਈ ਚੀਜ਼ ਚਿੱਕੜ 'ਚ ਡਿੱਗ ਜਾਏ ਉਹਨੂੰ ਉਹਦੇ ਤੋਂ ਕੱਢਣਾ ਵੀ ਮੁਸ਼ਕਲ ਹੋ ਜਾਂਦਾ ਹੈ। ਆਮ ਤੌਰ ਤੇ ਜਦੋਂ ਕੋਈ ਬੰਦਾ ਕਿਸੇ ਖਾਸ ਸਿਚੁਏਸ਼ਨ 'ਚ ਫਸ ਗਿਆ ਹੋਵੇ, ਜਿਹਦਾ ਕੋਈ ਹੱਲ ਨਾ ਲੱਭਦਾ ਹੋਵੇ, ਸੋਲੂਸ਼ਨ ਮਿਲਦਾ ਨਾ ਹੋਵੇ, ਬੜੀ ਡੈਸਪਰੇਟ ਸਿਚੁਏਸ਼ਨ ਹੋਵੇ, ਤਾਂ ਆਮ ਤੌਰ ਤੇ ਪੰਜਾਬੀ ਬੋਲੀ 'ਚ ਆਪਣੀ ਹਾਲਤ ਬੰਦਾ ਇਸ ਤਰ੍ਹਾਂ ਬਿਆਨ ਕਰਦਾ ਕਿ ਮੈਂ ਤਾਂ ਜਿੱਲਣ ਵਿੱਚ ਫਸ ਗਿਆ। ਉਹ ਭਾਵ ਇਹ ਹੁੰਦਾ ਹੈ ਕਿ ਬਈ ਐਸੀ ਸਿਚੁਏਸ਼ਨ ਵਿੱਚ ਹੈਗਾ ਵਾਂ ਜਿਹਦੇ ਵਿੱਚ ਜਿੰਨਾ ਮੈਂ ਨਿਕਲਣ ਦੀ ਕੋਸ਼ਿਸ਼ ਕਰਨਾ ਉਹਨਾਂ ਉਹਦੇ 'ਚ ਹੋਰ ਖੁੱਭੀ ਜਾਂਦਾ, ਫਸੀ ਜਾਂਦਾ। तो गलन जो है जिलन ਦੇ ਅਰਥਾਂ ਵਿੱਚ ਇਹਦਾ ਮੀਨਿੰਗ ਹੈ ਗਲਨ ਦਾ। ਕੁਮੰਤਰੀਆ, ਇਹਦੇ ਵਿੱਚ ਵੀ ਅਗੇਤਰ ਕੁ ਲੱਗਾ ਹੋਇਆ ਹੈ। ਮੰਤਰ ਦਾ ਅਰਥ ਹੁੰਦਾ ਹੈ ਸਲਾਹ, ਸਜੈਸ਼ਨ, ਤੇ ਮੰਤਰੀਆ ਹੋ ਗਿਆ ਜਿਹੜਾ ਸਿੱਖਿਆ ਲੈਣ ਵਾਲਾ। ਤੇ ਕੁਮੰਤਰੀਆ ਹੋ ਗਿਆ ਭੈੜੀ ਸਿੱਖਿਆ ਲੈਣ ਵਾਲਾ। तो ये बंदे की बुद्धि, बंदे की मत वास्ते लफज वरत्या गया है कि आम तौर पर बंदे की मत जिहड़ी है वो भैड़े विचारां नूं छेती ग्रहण करती है, चंगी गल वाले पासे ध्यान घट देंदी है। तो ये कुदरत दे विच ये वरतारा आम ही नज़र आंदा है। जिवें बड़ी ऑबवियस ही चीज़ है कि भी पानी उच्चे पासे वालों नीवें पासे वाल तां अपने आप ही कुदरती तौर पर फ्लो कर जाता है, पर नीवें लैवल तो पानी नूं उपर चुकना होवे तां एक्सट्रा एनर्जी दी वरतन की लोड़ पैंदी है। कोई पंप लगाना पैंदा, मोटर लगानी पैंदी है, तां लोअर लैवल तो पानी उच्चे लैवल नूं जा सकता है। तो इवें ही बंदे दे विचारधारा है, बंदे की सोच है, निवान वाले पासे तो आपे ही तुर जाती है। जे उच्चे चुकनी होवे तो उहदे वास्ते स्पैशल एफर्ट करना पैंदा है। तो इत्थे मत उच्चे नीवें लैवल तो भाव की है कि ਜਿਹੜੇ शुभ गुणा वाले पासे, ਜਿਹੜੇ शुभ विचार ने उस पासे नूं बंदे ने साथ सफर करना होवे, तरक्की करनी होवे, मन दे विच चंगे विचार टिकाणे होण तां उचेचे तौर दे उत्ते
ਭਾਲ ਕਰਨੀ ਪੈਂਦੀ ਹੈ ਕਿਸੇ ਐਸੀ ਹਸਤੀ ਦੀ, ਕਿਸੇ ਐਸੇ ਗਾਈਡ ਦੀ, ਕਿਸੇ ਐਸੇ ਉਸਤਾਦ ਦੀ ਜਿਹਦੇ ਕੋਲ ਇਹ ਗੁਣ ਹੋਣ, ਜਿਹਦੇ ਕੋਲ ਗਿਆਨ ਹੋਵੇ, ਤਾਂ ਉਹਦੀ ਸੰਗਤ ਦੇ ਵਿੱਚ ਚੰਗੇ ਗੁਣ ਹਾਸਲ ਕੀਤੇ ਜਾ ਸਕਦੇ ਹਨ। ਤੇ ਕੁਸੰਗ ਤਾਂ ਰਾਹ ਜਾਂਦਿਆਂ ਵੀ ਮਿਲ ਜਾਂਦਾ ਹੈ। ਭੈੜੇ ਕੰਮਾਂ ਦੇ ਵਾਸਤੇ ਬੰਦਾ ਲੱਭਣ ਦੀ ਲੋੜ ਨਹੀਂ ਹੁੰਦੀ, ਜਿੱਥੇ ਹੱਥ ਮਾਰੋ ਉੱਥੇ ਹੀ ਭੈੜੇ ਵਾਲੇ ਪਾਸੇ ਤੋਰਨ ਵਾਲੇ ਬੰਦੇ ਲੱਭ ਜਾਂਦੇ ਹਨ। ਸੋ ਐਸੀ ਹੀ ਸਿਚੁਏਸ਼ਨ ਦਾ ਜ਼ਿਕਰ ਇਸ ਸ਼ਲੋਕ ਵਿੱਚ ਕੀਤਾ ਜਾ ਰਿਹਾ ਹੈ ਕਿ ਖੁਬੜੀ ਕੁਥਾਏ, ਇਹ ਬੰਦੇ ਦੀ ਇਹ ਜੋ ਜੀਵ ਆਤਮਾ ਹੈ, ਜਿਹੜੀ ਉਸਦਾ ਉਸਦੀ ਜਿੰਦ ਹੈ, ਇਹ ਮਾਇਆ ਦੀ ਜਿਲਨ ਦੇ ਵਿੱਚ ਫਸੀ ਹੋਈ ਹੈ, ਜਿਹਨੂੰ ਕੁਥਾਏ ਆਖਿਆ ਗਿਆ। ਖੁੱਬੀ ਹੋਈ ਹੈ, ਫਸੀ ਹੋਈ ਹੈ। ਕੁਥਾਏ ਭੈੜੀ ਥਾਂ, ਪਰ ਲੱਗਦੀ ਉਹਨੂੰ ਮਿੱਠੀ ਹੈ। ਮਾਇਆ ਦਾ ਇਹ ਇੱਕ ਬੜਾ ਹੀ ਅਚਰਜ ਸਮਝੋ ਕੁਆਲਿਟੀ ਹੈ ਉਸਦੀ, ਕਿ ਬੰਦੇ ਦਾ ਕਰਦੀ ਹੈ ਉਹ ਨੁਕਸਾਨ ਹੈ, ਉਹਨੂੰ ਮਾੜੇ ਪਾਸੇ ਲਾਉਂਦੀ ਹੈ, ਉਹਨੂੰ ਆਪਣੇ ਜੀਵਨ ਮਨੋਰਥ ਦੀ ਮੰਜ਼ਿਲ ਹਾਸਲ ਕਰਨ ਵਾਲੇ ਪਾਸੇ ਤੋਂ ਕੁਰਾਏ ਪਾ ਦਿੰਦੀ ਹੈ, ਗਲਤ ਰਾਹ ਤੇ ਤੋਰ ਦਿੰਦੀ ਹੈ। ਪਰ ਬੰਦੇ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਬਸ ਮੇਰਾ ਤੇ ਐਕਚੁਅਲ ਮਕਸਦ ਹੀ ਇਹੀ ਹੈ ਜ਼ਿੰਦਗੀ ਦਾ, ਕਿ ਭਾਈ ਮਾਇਆ ਵਾਲੇ ਸਵਾਦਾਂ ਵਿੱਚ ਹੀ ਖਚਤ ਰਹਿਣਾ ਹੈ, ਤੇ ਉਹਨੂੰ ਮਿੱਠੀ ਲੱਗਦੀ ਹੈ। ਔਰ ਇਹੀ ਵਜ੍ਹਾ ਹੈ ਕਿ ਬੰਦਿਆਂ ਦੀ, ਸਭ ਦੀ, ਕਈਆਂ ਦੀ ਜ਼ਿੰਦਗੀ ਪੂਰੀ ਲੰਘ ਜਾਂਦੀ ਹੈ ਮਾਇਆ ਦੇ ਹੀ ਜਿਲਨ ਦੇ ਵਿੱਚ ਫਸਿਆ ਹੋਇਆ। ਤੇ ਇਨਸਾਨ ਦੀ ਮੱਤ ਜਿਹੜੀ ਹੈ ਉਹ ਐਸੀ ਭੈੜੀ ਸੋਚ, ਇਹਨਾਂ ਭੈੜੇ ਖਿਆਲਾਂ ਦੇ ਵਿੱਚ ਹੀ ਖੁੱਭੀ ਰਹਿੰਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਵੀ ਸਿਚੁਏਸ਼ਨ ਜਿਹੜੀ ਹੈ ਇਹ ਐਬਸੋਲੂਟ ਜਿਹੜੀ ਹੈ ਵਰਥਲੈਸ ਨਹੀਂ ਹੈ। ਐਸੀ ਸਿਚੁਏਸ਼ਨ ਨਹੀਂ ਹੈ ਜਿਹਦਾ ਇਲਾਜ ਹੀ ਨਾ ਹੋਵੇ, ਇਹਦੇ ਵਿੱਚੋਂ ਵੀ ਨਿਕਲਿਆ ਜਾ ਸਕਦਾ ਹੈ। ਸਾਰੇ ਨਹੀਂ ਨਿਕਲ ਸਕਦੇ, ਉਹ ਨਿਕਲਦੇ ਹਨ। ਨਾਨਕ ਸਹੀ ਉਬਰੇ ਜਿਨ੍ਹਾਂ ਭਾਗ ਮਥਾ ਹੈ, ਜਿਨ੍ਹਾਂ ਦੇ ਮੱਥੇ ਦੇ ਉੱਤੇ ਭਾਗ ਜਾਗ ਪੈਂਦੇ ਹਨ, ਉਹ ਉੱਭਰ ਜਾਂਦੇ ਹਨ, ਉਹ ਉੱਚੇ ਚੜ ਜਾਂਦੇ ਹਨ, ਉਹ ਇਸ ਜਿਲਨ ਵਿੱਚੋਂ, ਇਸ ਚਿੱਕੜ ਵਿੱਚੋਂ ਬਚ ਕੇ ਨਿਕਲ ਆਉਂਦੇ ਹਨ। ਹੁਣ ਸਭ ਤੋਂ ਵੱਡਾ ਸਵਾਲ ਖੜਾ ਹੋ ਜਾਏਗਾ, ਮੱਥੇ ਦੇ ਭਾਗ ਕਿਹਦੇ ਜਾਗਦੇ ਹਨ ਤੇ ਮੱਥੇ ਦੇ ਭਾਗ ਹੁੰਦੇ ਕਿਵੇਂ ਹਨ। तो ये सारी डिस्कशन फिर उसे सब्जेक्ट वाले तुर पाएगी कि मत्थे दे भाग लिखदा कौन है ते किवें लिखे जांदे हन, किसे दे चंगे ते किसे दे माड़े क्यों हुंदे हन ते किवें उन्हां दा फल मिलना मुमकिन हो जाता है। ते जिहदा भाव ये है कि जिन्ना भाग मत्था है, जिन्हां दे मत्थे दे भाग जाग पैंदे हन, किवें जागदे हन, सुत्ते किवें रहिंदे हन ते जागदे किवें। तो सारियां बड़ियां इनवॉल्वड गल्लां ने। तो ਸਿੱਧੇ ਤਰੀਕੇ ਦੇ ਨਾਲ ਇਹਨਾਂ ਦਾ ਕੋਈ ਹੱਲ ਕੱਢਿਆ ਨਹੀਂ ਜਾ ਸਕਦਾ। ਸਭ ਤੋਂ ਪਹਿਲੀ ਗੱਲ ਜਿਹੜੀ ਇਸ ਸਵਾਲ ਨੂੰ ਟੈਕਲ ਕਰਨ ਤੋਂ ਪਹਿਲਾਂ ਜਿਹੜੀ ਸੋਚਣੀ ਔਰ ਐਕਸੈਪਟ ਕਰਨੀ ਬਣਦੀ ਹੈ, ਇਹ ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ। ਇਸ ਸਿਰਜਣਹਾਰ ਪ੍ਰਭੂ ਨੇ ਜੋ ਕੀਤਾ ਹੈ ਉਸ ਨੂੰ ਉਹ ਕਰਤਾ ਸਿਰਜਣਹਾਰ ਆਪ ਜਾਣਦਾ ਹੈ, ਜਾਂ ਪੂਰਾ ਗੁਰੂ ਜਾਣਦਾ ਹੈ ਜਿਹੜਾ ਪ੍ਰਭੂ ਦੇ ਨਾਲ ਅਭੇਦ ਹੈ, ਜਿਹਦੀ ਸੋਚ, ਜਿਹਦੀ ਅਵਸਥਾ ਪ੍ਰਭੂ ਦੇ ਨਾਲ ਇੱਕਮਿਕ ਹੈ। ਗੁਰੂ ਸਾਹਿਬਾਨ ਬੜਾ ਸਪਸ਼ਟ ਕਹਿੰਦੇ ਹਨ ਕਿ ਮੈਂ ਆਪਣੇ ਵੱਲੋਂ ਕੋਈ ਗੱਲ ਕਰਦਾ ਹੀ ਨਹੀਂ, ਉਹ ਆਪੋਂ ਬੋਲਣਾ ਜਾਣਦਾ, ਮੈਂ ਕਿਹਾ ਸਭ ਘੁਮਾਓ ਜੀਓ। ਮੈਂ ਪ੍ਰਭੂ ਦੇ ਹੁਕਮ ਦੇ ਅਧੀਨ ਹੀ ਸਭ ਕੁਝ ਕਰਦਾ ਹਾਂ, ਮੇਰੀ ਆਪਣੀ ਇੰਡੀਪੈਂਡੈਂਟ ਸੋਚ ਕੋਈ ਨਹੀਂ ਹੈ। ਪਰ ਬੰਦੇ ਦੁਨੀਆ 'ਚ ਐਸੇ ਬਹੁਤ ਮਿਲਦੇ ਹਨ ਜਿਹੜੇ ਸਮਝਦੇ ਹਨ ਕਿ ਅਸੀਂ ਆਪਣੀ ਅਕਲ ਨੂੰ ਵਰਤ ਕੇ, ਆਪਣਾ ਜੋ ਅਸੀਂ ਦੁਨਿਆਵੀ ਗਿਆਨ ਹਾਸਲ ਕੀਤਾ ਹੈ ਉਹਦੀ ਵਰਤੋਂ ਕਰਕੇ ਅਸੀਂ ਸਭ ਕੁਝ ਸਮਝ ਸਕਦੇ ਹਾਂ। ਸਾਨੂੰ ਸਭ ਪਤਾ ਹੈ ਦੁਨੀਆ ਕਿਵੇਂ ਬਣੀ, ਕਿਵੇਂ ਚੱਲ ਰਹੀ ਹੈ, ਕਿਵੇਂ ਖਤਮ ਹੋਏਗੀ, ਸਾਰਾ ਕੁਝ ਸਾਨੂੰ ਪਤਾ ਹੈ। ਪਰ ਗੁਰਬਾਣੀ ਦੇ ਅਨੁਸਾਰ ਇਹ ਗੱਲ ਨਾਮੁਮਕਿਨ ਹੈ। ਜੋ ਪ੍ਰਭੂ ਨੇ ਕੀਤਾ, ਕਿਵੇਂ ਕੀਤਾ, ਕਦੋਂ ਕੀਤਾ, ਇਹ ਸਭ ਉਹ ਕਰਨ ਵਾਲਾ ਹੀ ਜਾਣਦਾ ਹੈ। ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ, ਤੇਰਾ ਕਿੰਨਾ ਵੱਡਾ ਪਸਾਰਾ ਹੈ, ਕਿਸ ਉਹਦੇ ਵਿੱਚ ਕੀ ਨਿਯਮ ਹਨ, ਇਹ ਕੋਈ ਨਹੀਂ ਜਾਣ ਸਕਦਾ। ਕੋਈ ਇਨਸਾਨ ਕੁਝ ਨਿਯਮਾਂ ਨੂੰ ਸਮਝ ਲੈਂਦੇ ਹਨ
ਤੇ ਉਹਨਾਂ ਨੂੰ ਇਹ ਲੱਗਣ ਲੱਗ ਪੈਂਦਾ ਕਿ ਬਸ ਹੁਣ ਤੇ ਸਾਨੂੰ ਸਮਝ ਆ ਹੀ ਗਈ ਹੈ, ਸਭ ਕੁਝ ਸਮਝ ਆ ਗਿਆ। ਪਰ ਗੁਰਬਾਣੀ ਇਸ ਗੱਲ ਨੂੰ ਬਾਰ-ਬਾਰ ਦ੍ਰਿੜ ਕਰਵਾਉਂਦੀ ਹੈ ਕਿ ਕਰਤੇ ਕੀ ਮਿੱਤ ਕਰਤਾ ਹੀ ਜਾਣਦਾ ਹੈ, ਹੋਰ ਕੋਈ ਇਨਸਾਨ ਉਸ ਚੀਜ਼ ਦੀ ਸਮਝ ਪੂਰੀ ਕਦੀ ਵੀ ਨਹੀਂ ਹਾਸਲ ਕਰ ਸਕਦਾ। ਹਾਂ, ਇਹ ਠੀਕ ਹੈ ਕਿ ਕੁਝ ਚੀਜ਼ਾਂ ਦੇ ਬਾਰੇ ਗਿਆਨ ਕਿਤੋਂ ਨਾ ਕਿਤੋਂ ਮਿਲ ਜਾਂਦਾ ਹੈ। ਕੁਝ ਵੱਖਰੇ ਗਿਆਨ ਵੱਖਰੇ ਬੰਦਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ, ਪਰ ਪੂਰਨ ਗਿਆਨ ਨਾ ਕਿਸੇ ਇੱਕ ਨੂੰ ਤੇ ਨਾ ਕਿਸੇ ਇੱਕ ਗਰੁੱਪ ਨੂੰ ਇਕੱਠਿਆਂ ਕਰਕੇ ਵੀ ਕਦੀ ਹਾਸਲ ਨਹੀਂ ਹੁੰਦਾ। ਜੇ ਐਸੀ ਗੱਲ ਹੋਵੇ ਤਾਂ ਫਿਰ ਉਹ ਪ੍ਰਭੂ ਜਿਹੜਾ ਹੈ ਉਹਦੇ ਵਾਸਤੇ ਜਿਹੜੇ ਲਫ਼ਜ਼ ਵਰਤੇ ਜਾਂਦੇ ਹਨ ਕਿ ਉਹ ਅਗੰਮ ਹੈ, ਉਹ ਅਥਾਹ ਹੈ, ਉਹ ਅਪਾਰ ਹੈ, ਉਹ ਸਾਰੀਆਂ ਗੱਲਾਂ ਦਾ ਫਿਰ ਮੀਨਿੰਗ ਨਹੀਂ ਰਹਿ ਜਾਂਦਾ। ਜੇ ਉਹਦੇ ਤੱਕ ਪਹੁੰਚ ਹੋ ਸਕਦੀ ਹੋਵੇ, ਜੇ ਉਹਦੀ ਸਮਝ ਪੈ ਸਕਦੀ ਹੋਵੇ, ਤਾਂ ਫਿਰ ਉਹ ਅਗੰਮ ਨਹੀਂ ਹੋਏਗਾ, ਫਿਰ ਉਹ ਅਪਾਰ ਨਹੀਂ ਹੋਏਗਾ, ਉਹ ਬੇਅੰਤ ਨਹੀਂ ਹੋਏਗਾ। ਜੇ ਉਹਦਾ ਅੰਤ ਹੀ ਪਾਇਆ ਗਿਆ ਤੇ ਫਿਰ ਉਹ ਬੇਅੰਤ ਨਹੀਂ ਹੋ ਸਕਦਾ। ਪਰ ਗੁਰਬਾਣੀ ਉਸਨੂੰ ਪ੍ਰਭੂ ਨੂੰ ਬੇਅੰਤ, ਅਗੰਮ, ਅਗੋਚਰ, ਅਪਾਰ ਇਹਨਾਂ ਲਫ਼ਜ਼ਾਂ ਦੇ ਨਾਲ ਉਹਦੇ ਗੁਣ ਗਾਉਂਦੀ ਹੈ, ਜਿਹਦਾ ਭਾਵ ਹੀ ਇਹੀ ਹੈ ਕਿ ਉਹਦੀ ਪੂਰੀ ਸੋਝੀ ਨਹੀਂ ਹੋ ਸਕਦੀ। ਤਾਂ ਹੁਣ ਗੱਲ ਫਿਰ ਵਾਪਸ ਆਈ, ਜਿਨ੍ਹਾਂ ਭਾਗ ਮੱਥਾ, ਇਹਦੇ ਮੱਥੇ ਤੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਸਦਕਾ ਪ੍ਰਭੂ ਬਖਸ਼ਿਸ਼ ਕਰਕੇ ਉਹਨਾਂ ਨੂੰ ਇਸ ਲਾਇਕ ਬਣਾ ਦਿੰਦਾ ਹੈ ਕਿ ਉਹ ਇਸ ਮਾਇਆ ਦੀ ਜਿਲਨ ਦੇ ਵਿੱਚੋਂ ਉੱਭਰ ਜਾਂਦੇ ਹਨ, ਬਾਹਰ ਨਿਕਲ ਪੈਂਦੇ ਹਨ। ਇਹਦਾ ਇਸ਼ਾਰਾ ਗੁਰਬਾਣੀ 'ਚ ਹੋਰ ਕਈ ਥਾਵਾਂ ਤੇ ਇਸ ਤਰੀਕੇ ਨਾਲ ਵੀ ਮਿਲਦਾ ਹੈ ਕਿ ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਭਾਗ ਮੱਥੇ ਵਾਲੀ ਜਾਂ ਪ੍ਰਭੂ ਦੀ ਬਖਸ਼ਿਸ਼ ਵਾਲੀ, ਪ੍ਰਭੂ ਦੀ ਨਜ਼ਰ ਵਾਲੀ ਗੱਲ ਹੋ ਜਾਂਦੀ ਹੈ, ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦਾ ਮੇਲ ਪੂਰੇ ਗੁਰੂ ਦੇ ਨਾਲ ਹੋ ਜਾਂਦਾ ਹੈ। ਤੇ ਪੂਰਾ ਗੁਰੂ ਜਿਹੜਾ ਆਪ ਪ੍ਰਭੂ ਦੇ ਨਾਲ ਭੇਦ ਹੈ, ਮਿਲਿਆ ਹੋਇਆ ਹੈ, ਇਕਮਿਕ ਹੈ, ਉਹ ਐਸੀ ਸੇਧ, ਐਸੀ ਸਿੱਖਿਆ, ਐਸਾ ਉਪਦੇਸ਼ ਦੇ ਦਿੰਦਾ ਹੈ ਜਿਹੜੇ ਸ਼ਰਨ ਵਿੱਚ ਪਿਆ ਹੋਇਆਂ ਨੂੰ, ਤੇ ਫਿਰ ਉਹਨਾਂ ਦੇ ਜੀਵਨ ਦੀ ਅਵਸਥਾ ਬਦਲ ਜਾਂਦੀ ਹੈ। ਜਿਹੜਾ ਨੈਚੁਰਲ ਫਲੋ ਹੁੰਦਾ ਹੈ, ਡਾਊਨ ਟ੍ਰੈਂਡ ਹੁੰਦਾ ਹੈ, ਪਾਣੀ ਉਚਾਈ ਵੱਲੋਂ ਨਿਵਾਨ ਵੱਲ ਚੱਲਦਾ ਹੈ, ਉਸ ਨੈਚੁਰਲ ਫਲੋ ਨੂੰ ਉਹ ਰਿਵਰਸ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਮੱਤ ਫਿਰ ਕੁਮੰਤਰੀਆ ਹੋਣ ਦੀ ਬਜਾਏ ਚੰਗੇ ਵਿਚਾਰਾਂ ਦੇ ਨਾਲ ਜੁੜਨੀ ਸ਼ੁਰੂ ਹੋ ਜਾਂਦੀ ਹੈ, ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਫਿਰ ਮਾਇਆ ਦੇ ਵਿਕਾਰਾਂ ਦੀ ਜਿਲਨ ਦੇ ਵਿੱਚੋਂ ਬਚ ਜਾਂਦੇ ਹਨ। ਤੋ ਇਨਸਾਨ ਜਦੋਂ ਜਨਮ ਲੈਂਦਾ ਹੈ, ਮਾਇਆ ਦਾ ਪਸਾਰਾ ਇਸ ਜਗਤ ਦੇ ਵਿੱਚ ਪਸਰਿਆ ਹੀ ਹੋਇਆ ਹੈ, ਤਾਂ ਹਰ ਇਨਸਾਨ ਉਸ ਮਾਇਆ ਦੇ ਪ੍ਰਭਾਵ ਦੇ ਅਧੀਨ ਆ ਜਾਂਦਾ ਹੈ। ਆਨੰਦ ਸਾਹਿਬ ਵਿੱਚ ਅਸੀਂ ਰੋਜ਼ ਪੜ੍ਹਦੇ ਹੀ ਹਾਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਦਾ ਅਮਰ, ਮਾਇਆ ਦਾ ਰਾਜ, ਮਾਇਆ ਦਾ ਗਲਬਾ ਹਰ ਇਨਸਾਨ ਦੇ ਉੱਤੇ ਪੈ ਜਾਂਦਾ ਹੈ। ਮਾਇਆ ਦੇ ਪ੍ਰਭਾਵ ਤੋਂ ਕੋਈ ਨਹੀਂ ਬਚਦਾ, ਸਭ ਦੇ ਉੱਤੇ ਅਸਰ ਪੈਂਦਾ ਹੈ। ਪਰ ਜਿਹੜੇ ਪ੍ਰਭੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹੋਏ ਸੱਚੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਉਹਨਾਂ ਨੂੰ ਸੇਧ ਮਿਲ ਜਾਂਦੀ ਹੈ ਮਾਇਆ ਦੇ ਵਿਕਾਰਾਂ ਤੋਂ ਬਚ ਕੇ ਉੱਚੇ ਉੱਠਣ ਦੀ। ਸਿਧਾਂਤ ਉਹੀ ਹੈ, ਪ੍ਰਭੂ ਦੀ ਨਜ਼ਰ, ਸੱਚੇ ਪੂਰੇ ਗੁਰੂ ਦੀ ਸ਼ਰਨ, ਪੂਰੇ ਗੁਰੂ ਦਾ ਉਪਦੇਸ਼ ਜੀਵਨ ਦੇ ਵਿੱਚ ਜਿਹੜੇ ਅਪਣਾ ਲੈਂਦੇ ਹਨ, ਜਿਹੜੇ ਆਪਣੀ ਮੱਤ ਦਾ, ਆਪਣੀ ਕੁਮੱਤ ਦਾ ਤਿਆਗ ਕਰਕੇ ਗੁਰੂ ਦੀ ਮੱਤ ਧਾਰਨ ਕਰ ਲੈਂਦੇ ਹਨ, ਉਹ ਵਿਕਾਰਾਂ ਦੀ ਪਕੜ ਤੋਂ ਬਚ ਜਾਂਦੇ ਹਨ। ਸ਼ਬਦਾਵਲੀ ਵੱਖੋ ਵੱਖਰੀ ਹੋ ਸਕਦੀ ਹੈ, ਪਰ ਜੋ ਆਪਰੇਟਿਵ ਜੋ ਨਿਯਮ ਹੈ ਉਹ ਇਹੀ ਹੈ ਕਿ ਪ੍ਰਭੂ ਦੀ ਬਖਸ਼ਿਸ਼ ਦਾ ਸਦਕਾ ਜੀਵ ਪੂਰੇ ਗੁਰੂ ਦੀ ਸੰਗਤ ਵਿੱਚ, ਪੂਰੇ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਗੁਰੂ ਪਾਸੋਂ ਸੇਧ ਲੈ ਕੇ ਆਪਣੇ ਜੀਵਨ ਦੇ ਅੰਦਰ ਤਬਦੀਲੀ ਲਿਆਂਦਾ ਹੈ ਤੇ ਉਹਦਾ ਜੀਵਨ ਵਿਕਾਰਾਂ ਤੋਂ ਉੱਚਾ ਉੱਠ ਜਾਂਦਾ ਹੈ। तो इस श्लोक के अंदर जो शब्दावली वरती गई है वो है मत्थे ते भाग जागृत होने दी। तो मत्थे ते भाग प्रभु की बख्शिश दा ही एक स्वरूप है, उहदा ही प्रगटावा है। तो उस तो बिना कोई उभरदा नहीं है। यह गल भी बाणी च अनेका बार आती है। इस जग नूं दुत्तर किया गया है। दुत्तर तो भाव है दुष्तर, जिन्हों तरना बड़ा मुश्किल है। तो मुश्किल क्यों है? जद तक बंदा अपनी अकल, अपनी हिम्मत नूं वरतदा है। और ये गल तो असी तजर्बे तो जानते ही हाँ।
ਆਪਣੀ ਮਿਹਨਤ ਨਾਲ, ਆਪਣੇ ਯਤਨਾਂ ਦੇ ਨਾਲ ਜਿਹੜਾ ਵੀ ਕੋਈ ਜਿੱਲਣ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਉਹ ਉਨਾ ਹੀ ਜ਼ਿਆਦਾ ਉਹਦੇ ਅੰਦਰ ਖੁੱਭਦਾ ਜਾਂਦਾ ਹੈ, ਨਿਕਲ ਹੀ ਨਹੀਂ ਪਾਉਂਦਾ। ਜਿੱਲਣ ਵਿੱਚੋਂ, ਚਿੱਕੜ ਦੇ ਵਿੱਚੋਂ ਨਿਕਲਿਆ ਹੀ ਤਾਂ ਜਾ ਸਕਦਾ ਹੈ ਜੇ ਬਾਹਰ ਸੁੱਕੀ ਥਾਂ ਤੇ ਖੜਾ ਹੋਇਆ ਬੰਦਾ ਕੋਈ ਬਾਂਹ ਵਧਾ ਕੇ ਚਿੱਕੜ 'ਚ ਫਸੇ ਹੋਏ ਦੀ ਬਾਂਹ ਫੜ ਲੈਂਦਾ ਹੈ ਤੇ ਫਿਰ ਉਹ ਜ਼ੋਰ ਲਗਾ ਕੇ ਉਹਨੂੰ ਫਸੇ ਹੋਏ ਨੂੰ ਬਾਹਰ ਕੱਢ ਲੈਂਦਾ ਹੈ। तो पूरे गुरु का यही रोल है, क्योंकि वो आप चिक्कड़ तो बाहर है तो वो फसिया होया नूं बाहर कढ़ सकता है। चिक्कड़ के अंदर फसे हुए ना आप निकल सकते हैं ते ना दूजे चिक्कड़ च फसे होया नूं कढ़ सकते हैं। जिन्हां दे अपने पैर चिक्कड़ विच हन वो दूजे फसिया होया नूं भी नहीं हेल्प कर सकते ते आप भी नहीं निकल सकते। बाहर कढ़न वास्ते जरूरत है ऐसे गाइड की, ऐसे व्यक्ति की जिहड़ा आप पक्की थां ते होवे, जिहड़ा आप चिक्कड़ तो बाहर होवे। तो ऐसा, ऐसी हस्ती, ऐसी ताकत वाला पूरा गुरु है जिहड़ा आप प्रभु दे नाल अभेद है। तो ਉਹ ਵਿਕਾਰਾਂ ਦੇ ਚਿੱਕੜ 'ਚ ਫਸਿਆ ਹੋਇਆਂ ਨੂੰ ਬਾਂਹ ਫੜ ਕੇ ਬਾਹਰ ਕੱਢ ਲੈਂਦਾ ਹੈ। ਇਹ ਸਾਰੀਆਂ ਚੀਜ਼ਾਂ ਸਿਰਫ ਇੱਕ ਇਮੇਜਰੀ ਹੈ, ਇੱਕ ਰਿਪਰੈਜ਼ੈਂਟੇਸ਼ਨ ਹੈ। ਬਾਂਹ ਫੜਨੀ, ਚਿੱਕੜ 'ਚੋਂ ਕੱਢ ਲੈਣਾ, ਇਹ ਸਭ ਚੀਜ਼ਾਂ ਇੱਕ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਨ ਦਾ, ਇੱਕ ਇਮੇਜਿਨੇਸ਼ਨ ਨੂੰ ਗੱਲ ਕਲੀਅਰ ਕਰਨ ਦਾ ਇੱਕ ਤਰੀਕਾ ਹੈ। ਇਹਨਾਂ ਦਾ ਕੋਈ ਫਿਜ਼ੀਕਲ, ਕੋਈ ਐਕਚੁਅਲ ਸਟੇਟਸ ਨਹੀਂ ਹੈ, ਸਿਸਟਮ ਨਹੀਂ ਹੈ। ਪਰ ਕਿਉਂਕਿ ਐਬਸਟਰੈਕਟ ਚੀਜ਼ਾਂ ਸਾਡੀ ਉਂਝ ਸਮਝ ਸੌਖੇ ਨਹੀਂ ਆਉਂਦੀਆਂ, ਤਾਂ ਉਹਨਾਂ ਦੇ ਵਾਸਤੇ ਸਾਨੂੰ ਕੋਈ ਨਾ ਕੋਈ ਇਹੋ ਜਿਹੇ ਪ੍ਰਮਾਣ ਜਾਂ ਇਹੋ ਜਿਹੀਆਂ ਮਿਸਾਲਾਂ ਵਰਤਣੀਆਂ ਪੈਂਦੀਆਂ ਹਨ ਜਿਹਦੇ ਤੋਂ ਆਈਡੀਆ ਸਾਡੀ ਸਮਝ ਵਿੱਚ ਆ ਜਾਵੇ। ਉਹ ਖੁੱਬੜੀ ਕੁਥਾਏ, ਉਸ ਭੈੜੀ ਥਾਂ ਦੇ ਵਿੱਚ ਜਿੰਦ ਫਸੀ ਹੁੰਦੀ ਹੈ, ਖੁੱਬੀ ਹੁੰਦੀ ਹੈ। ਉਸ ਜਿੱਲਣ ਦੇ ਅੰਦਰ ਭੈੜੀ ਮੱਤ ਮਾਇਆ ਦੇ ਵਿਕਾਰਾਂ ਨੂੰ, ਪਰ ਉਹਨੂੰ ਲੱਗਦੀ ਉਹ ਮਿੱਠੀ ਹੈ। ਮਾਇਆ ਦੇ ਵਿੱਚ ਇਤਨੇ ਰਸ ਮਿਲਦੇ ਹਨ ਕਿ ਉਹ ਇਸੇ ਨੂੰ ਹੀ ਆਪਣੇ ਜੀਵਨ ਦਾ ਮਕਸਦ ਸਮਝ ਲੈਂਦੀ ਹੈ। ਹਾਂ, ਇਸ ਜਿੱਲਣ ਵਿੱਚੋਂ ਉਹ ਨਿਕਲਦੇ ਹਨ ਬਾਹਰ। ਨਾਨਕ ਸਹੀ ਉਬਰੇ ਜਿਨ੍ਹਾਂ ਭਾਗ ਮੱਥਾ, ਜਿਨ੍ਹਾਂ ਦੇ ਉੱਤੇ ਪ੍ਰਭੂ ਨਜ਼ਰ ਕਰਕੇ, ਬਖਸ਼ਿਸ਼ ਕਰਕੇ, ਜਿਨ੍ਹਾਂ ਦੇ ਮੱਥੇ ਦੇ ਭਾਗ ਉਭਰ ਪੈਂਦੇ ਹਨ, ਜਾਗ ਪੈਂਦੇ ਹਨ ਤੇ ਉਹਨਾਂ ਨੂੰ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ ਹੈ। ਤੇ ਜਿਨ੍ਹਾਂ ਨੂੰ ਨਹੀਂ ਹੁੰਦਾ, ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਗੱਲ ਕਰਦੇ ਹਨ, ਸੌਰੀ ਉਹ ਉਸ ਤੋਂ 13ਵਾਂ ਨੰਬਰ ਸ਼ਲੋਕ ਹੈ। तो अजे मिलन वालियां दी ही गल हो रही है। शुरुआत पहली पंक्ति दे विच, सुतड़े सुखी सवन जो रत्ते शह अपने, ते अगली पंक्ति च विछोड़े वालियां दी गल है, प्रेम विछो हा धनी सो पट्ठे पैर लवन। सुतड़े सुखी सवन, जेड़े मनुख अपने मालिक दे शह दे प्यार दे विच रत्ते हुए हैं, रंगे हुए हैं। अपने शह, अपने मालक दे प्यार दे विच रत्ते हुए हैं, रंगे हुए हैं प्यार दे विच। वो की करते हैं, सुतड़े सुखी सवन। वो बड़े सुख दे विच, सहज दे विच सुते हुंदे हन, बड़े जिवें चैन दे नाल सोंदे हन। जिवें दुनियावी शब्दावली दे विच आम तौर ते किहा जांदा ना कि बई कोई बंदा बहुत जिंदगी चैन दी बिता रिहा होवे ਤਾਂ ਉਹਦੇ ਵਾਸਤੇ ਕਿਹਾ ਜਾਂਦਾ ਵੀ ਉਹ ਤਾਂ ਘੋੜੇ ਵੇਚ ਕੇ ਸੌਂਦਾ ਹੈ, ਉਹਨੂੰ ਕੋਈ ਫਿਕਰ ਫਾਕਾ ਹੀ ਨਹੀਂ ਹੈ। ਘੋੜੇ ਵੇਚ ਕੇ ਸੌਣ ਤੋਂ ਭਾਵ ਕੀ ਹੈ ਕਿ ਵੀ ਜੋ ਉਹਦਾ ਵਪਾਰ ਸੀਗਾ, ਜੋ ਉਹਨੇ ਆਪਣੀ ਰਾਸ ਪੂੰਜੀ ਲਾਈ ਸੀ, ਜੋ ਪ੍ਰੋਡਕਟ ਸੀ ਉਹਦਾ, ਉਹ ਸਭ ਕੁਝ ਉਹਦਾ ਸੇਲ ਹੋ ਗਈ ਹੈ, ਉਹਨੂੰ ਕੋਈ ਟੈਨਸ਼ਨ ਨਹੀਂ ਹੈ। ਜੋ ਉਹਨੇ ਕਾਰਜ ਕਰਨੇ ਸੀਗੇ ਉਹ ਸਾਰੇ ਕਾਰਜ ਪੂਰੇ ਹੋ ਗਏ ਨੇ, ਤਾਂ ਫਿਰ ਉਹ ਉਹਦੀ ਮਿਸਾਲ ਵਜੋਂ ਇੰਜ ਕਿਹਾ ਜਾਂਦਾ ਵੀ ਇਹ ਤਾਂ ਘੋੜੇ ਵੇਚ ਕੇ ਸੁੱਤਾ ਹੈ, ਕੋਈ ਉਹਨੂੰ ਕੋਈ ਫਿਕਰ ਫਾਕਾ ਨਹੀਂ। तो इत्थे भी गल गुरु साहब ने उहदे वर्गी सिमिलर की है। सुतड़े सुखी सवन, सुख नाल, सुख दी नींद, चैन दी नींद सौंदे हैं वो लोग जो रत्ते शह अपने, जिहड़े अपने प्रभु दे, अपने मालक दे प्यार दे विच रंगे हुए हैं, सुख दी चैन दी नींद सौंदे हैं। ਉਹ ਭਾਵ ਕਿ ਚੈਨ ਦੀ ਨੀਂਦ ਸੋਣਾ, ਭਾਵ ਉਹਦੇ ਪਿਆਰ ਵਿੱਚ ਇੰਨੇ ਮਸਤ ਹੁੰਦੇ ਹਨ, ਉਹਨਾਂ ਨੂੰ ਹੋਰ ਦੁਨੀਆ ਦੀ ਕਿਸੇ ਕਿਸਮ ਦੀ ਕੋਈ ਫਿਕਰ, ਕੋਈ ਦੁੱਖ ਤਕਲੀਫ ਉਹਨਾਂ ਨੂੰ ਕਦੀ ਛੂੰਹਦੀ ਨਹੀਂ ਹੈ। ਬਿਲਕੁਲ ਐਨ ਸਹਿਜ ਦੇ ਵਿੱਚ, ਅਡੋਲਤਾ ਦੇ ਵਿੱਚ ਰਹਿੰਦੇ ਹਨ, ਕਦੀ ਉਹਨਾਂ ਨੂੰ ਕੋਈ ਦੁੱਖ ਮਹਿਸੂਸ ਹੀ ਨਹੀਂ ਹੁੰਦਾ। ਸੁਤੜੇ ਸੁਖੀ ਸਵਨ ਜੋ ਰੱਤੇ ਸ਼ੈ ਆਪਣੇ। ਪਰ ਇਸ ਦੇ ਉਲਟ ਜਿਹੜੇ ਉਸ ਪਿਆਰੇ ਦੇ ਕੋਲੋਂ ਵਿਛੜੇ ਹੋਏ ਹਨ, ਉਸ ਮਾਲਕ ਕੋਲੋਂ ਵਿਛੜੇ ਹੋਏ ਹਨ, ਪ੍ਰੇਮ ਵਿਛੋਹਾ ਧਨੀ ਸੋ, ਧਨੀ ਦਾ ਵੀ ਅਰਥ ਹੈ ਮਾਲਕ। ਜਿਨ੍ਹਾਂ ਦਾ ਪਿਆਰ ਦਾ ਵਿਛੋੜਾ ਹੋ ਗਿਆ, ਜਿਨ੍ਹਾਂ ਦਾ ਪਿਆਰ ਕਿਤੇ ਹੋਰ ਲੱਗ ਗਿਆ,
किते होर मतलब दूजी जगह किहड़ी है? प्रभु तो छुट दूजी है माया। जिवें आसा की वार दे विच आंदा है ना, आपी ने आप साजियो आपी ने रचियो नो दुई कुदरत साजी है। जिहड़ी दूजी कुदरत है वो माया दा पसारा है। वो दूजे दे नाल जिन्हां दा प्यार लग गया है, प्रेम विछो हा धनी सो। तो जे दूजे नाल प्यार लग्या, माया नाल प्यार लग गया है, तो धनी नालों मालक नालों तो विछोड़ा हो गया ना, ਉਹਦੇ ਨਾਲ प्यार टुट गया। फिर उन्हां दी अवस्था की बन जाती है? अठे पैर लवन। अठे पैर मतलब जिन्हों अजकल की बोली कह सकते हैं 24/7, हमेशा ही, सारी जिंदगी, सारा समा ही अठे पैर लवन। लवन अर्थ जिहड़ा है पुरानी पंजाबी का ये मिसाल दी जाती है कि जिवें कां सारा टाइम कां कां ही करता रहता है और इधर उधर भटकता रहता है, गंदगी च रहता है। कां 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 ਉਹਨੂੰ ਕਹਿੰਦੇ ਨੇ ਲਵਣਾ ਲौ ਲौ ਕਰਨਾ। ਉਹ ਅੱਠੇ ਪੈਰ ਉਹ ਵੀ ਕਾਂ ਵਾਂਗੂ ਲੌ ਲੌ ਹੀ ਕਰਦੇ ਫਿਰਦੇ ਹਨ, ਭਾਵ ਭਟਕਦੇ ਰਹਿੰਦੇ ਹਨ, ਗੰਦਗੀ ਵਿੱਚ ਹੀ ਰਚੇ ਮਿਚੇ ਰਹਿੰਦੇ ਹਨ। तो प्रेम विछोहा धनी सो अठे पैर लवन। जिन्हां जीवां दा धनी नालों मालक नालों प्रेम दा विछोड़ा हो जाता है, जिन्हां दा प्रेम किते होर लग जाता है, उन्हां दी सारी जिंदगी फिर लौ लौ करदियां ही भटकदियां ही ते ਜਾਂ ਗੰਦਗੀ ਦੇ ਵਿੱਚ ਰੁੱਝੇ ਹੋਇਆਂ ਹੀ ਨਿਕਲ ਜਾਂਦੀ ਹੈ ਕਊਏ ਵਰਗੀ। ਇਹ ਲਵਨ ਲਫ਼ਜ਼ ਜਿਹੜਾ ਹੈ ਨਾ ਕਊਏ ਦੇ ਨਾਲ ਹੀ ਐਸੋਸੀਏਟਿਡ ਹੈ ਤੇ ਲੌ ਲੌ ਕਰਨਾ ਇਹਦਾ मीनिंग ਦਿੱਤਾ ਜਾਂਦਾ ਹੈ। और अठे पैर तो भाव हो गया भी सारा टाइम, दिन रात, सारी जिंदगी। यही थॉट हम अगले श्लोक कंटिन्यू करते हैं। हुण पहला नैगेटिव की गल 13वें श्लोक के अंदर पहली पंक्ति च नैगेटिव पक्ष पेश किया है ते दूजी पंक्ति च फिर पॉजिटिव की गल कर दी गई है। 12 दे विच पहला सुखी जीवन बतीत करने वालियां दी पॉजिटिव वालियां दी गल कीती सी ते दूजे दे अंदर नैगेटिव दी। तो कंट्रास्ट हर श्लोक दे विच मिल रहा है। सुतड़े असंख माया झूठी कारने नानक से जागन जे रसना नाम उचारने। हुण पिछले श्लोक सी सुतड़े सुखी सवन कि वो लोग बड़ी चैन की नींद बड़े सुख दे विच सुते हुए हैं, जो रत्ते शह अपने जिहड़े अपने मालक के प्यार दे विच रंगे हुए हैं, वो बड़े ऐन सुख की नींद विच सुते हुए हैं, सहज की अडोलता की अवस्था च। हुण लफज फिर सुतड़े यूज किया है पर हुण कंटैक्स बदल गया है। सुतड़े असंख माया झूठी कारने, माया की खातर झूठी कारने, कारने माने ओदी वजह नाल उसदी उसनू प्राप्त करने की खातर झूठी माया नू, झूठी क्यों कहा माया नू? पैदा तो वह भी प्रभु की कीती हुई है, पर उन्होंने झूठी इस करके क्या है क्योंकि वो सदीवी रहने वाली नहीं है, वो बिनसन हार है, नाशवान। नाशवान चीज़ नू दे वास्ते गुरबाणी च लफज झूठी दा वरत्या जाता है। तो माया क्योंकि बिनसन हार है इस करके वो झूठी है। तो झूठी माया के कारण उसकी वजह करके सुतड़े असंख, असंख्या लोग माया के मोह के विच ही सुते पे हैं। वो माया जिन्हों मिठी गलन की गल की सी पहले 11 नंबर श्लोक जी मिठी लगती है और वो ऐसी ही मिठी है कि बंदियां नू उस अवेसलेपन की नींद में सुवा देती है। उन्होंने भुल ही जाता है कि जन्म मिलया किस काम वास्ते है, वो अपने मोह की नींद में ही सुवा देती है उन्होंने। तो माया के रसा के विच ही खचित होके इंसान माया के मोह की नींद में सौ जाते हैं। उन्हें सुखी सवन वाली गल नहीं है, हुण ये माया के मोह के विच सौन की गल है। सुतड़े असंख माया झूठी कारने, पर इस झूठ की नींद विचों बच के वो जागते रहते हैं। नानक से जागन जे रसना नाम उचारने, जिन्हां दी रसना ते प्रभु का नाम हुंदा है, जिहड़े हर वक्त उसनू अपनी याद विच वसाई रखते हैं, जिहड़े प्रभु नू कदी भुलांदे नहीं हैं, वो इस माया के मोह की नींद तो बच के जागृत अवस्था में रहते हैं। गुरबाणी च होर भी अनेकों थावां ते ऐसे शब्दावली वरती गई है कि कोई 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 विरला जागत रहे। इस तरीके से मैंने लाइन भुल गई है
तो बई कोई विरले ही ਹਨ ਜਿਹੜੇ ਜਾਗਦੇ ਰਹਿੰਦੇ ਹਨ, ਨਹੀਂ ਤਾਂ ਬਹੁਤੇ ਸੁੱਤੜੇ ਅਸੰਖ ਮਾਇਆ ਝੂਠੀ ਘਟ। ਉਹ ਹੋਰ ਜਗ੍ਹਾ ਤੇ ਆਉਂਦਾ ਹੈ ਜਿੱਥੇ ਇਹੀ ਵਿਚਾਰ ਦਿੱਤਾ ਗਿਆ ਹੈ ਕਿ ਕੋਈ ਵਿਰਲੇ ਹੀ ਹਨ ਜਿਹੜੇ ਜਾਗਰਤ ਅਵਸਥਾ 'ਚ ਰਹਿੰਦੇ ਹਨ, ਨਹੀਂ ਤਾਂ ਬਹੁਤੇ ਜਿਹੜੇ ਹਨ ਉਹ ਮਾਇਆ ਦੇ ਮੋਹ ਦੀ ਨੀਂਦ ਵਿੱਚ ਹੀ ਖਚਤ ਹੋ ਜਾਂਦੇ ਹਨ। ਤੋ ਇੱਥੇ ਵੀ ਗੱਲ ਹੋਈ ਕਿ ਵੀ ਉਹ ਜਾਗਦੇ ਹਨ ਜੇ ਰਸਨਾ ਨਾਮ ਉਚਾਰਨੇ, ਜਿਨ੍ਹਾਂ ਦੀ ਰਸਨਾ ਦੇ ਉੱਤੇ ਪ੍ਰਭੂ ਦਾ ਨਾਮ, ਜਿਹੜੇ ਪ੍ਰਭੂ ਦਾ ਨਾਮ ਜਪਦੇ ਹਨ, ਭਾਵ ਜਿਨ੍ਹਾਂ ਦੀ ਯਾਦ ਦੇ ਵਿੱਚ, ਜਿਨ੍ਹਾਂ ਦੀ ਸੁਰਤ ਵਿੱਚ ਹਮੇਸ਼ਾ ਪ੍ਰਭੂ ਦੀ ਯਾਦ ਟਿਕੀ ਰਹਿੰਦੀ ਹੈ, ਪ੍ਰਭੂ ਦੇ ਗੁਣਾਂ ਨਾਲ ਜਿਨ੍ਹਾਂ ਦੀ ਸਾਂਝ ਪਈ ਰਹਿੰਦੀ ਹੈ, ਉਹ ਮਾਇਆ ਦੇ ਵੱਲੋਂ ਜਾਗਰਤ ਰਹਿੰਦੇ ਹਨ, ਉਹ ਮਾਇਆ ਦੇ ਮੋਹ ਦੇ ਵਿੱਚ ਨਹੀਂ ਸੌਂਦੇ। ਆਮ ਦੁਨੀਆ ਜਿਹੜੀ ਹੈ ਜਿਨ੍ਹਾਂ ਦੀ ਗੱਲ, ਜਿਨ੍ਹਾਂ ਦੀ ਗਿਣਤੀ ਅਸੰਖ ਕਰਕੇ ਗੁਰੂ ਸਾਹਿਬ ਨੇ ਬਿਆਨ ਕੀਤੀ ਹੈ ਕਿ ਬਹੁਤਾਤ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਪਰ ਕੋਈ ਵਿਰਲੇ ਵਿਰਲੇ ਹਨ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨ। तो जी पंक्ति मैं याद करने की कोशिश कर रहा सी, इस ग्रह में कोई जागत रहे साबत वस्तु वो अपनी लहै। तो जोड़ा कोई विरला ही है जोड़ा जागदा रहिंदा है, तो ये अपनी साबत वस्तु प्रभु का नाम वो ही हासिल कर सकता है जोड़ा माया वालों जागदा है, माया की नींद च नहीं सौंदा। तो इत्थे गुरु साहब ने कहा है नानक से जागन जे रसना नाम उचारने, ਜਿਹੜੇ प्रभु के नाम के नाल जुड़ जाते हैं वो माया के मोह की नींद विच नहीं सौंदे ते जागते रहते हैं। अगले श्लोक के अंदर फिर गल शुरुआत दुनियादारी लोगों की, माया दे विच फसे हुए लोगों की गल तो आरंभ होती है। मृग तिश्ना पेख भुलने वुठे नगर गंधर्व, जिनी सच अराध्या नानक मन तन फब। मृग तृष्णा, मृग तृष्णा ये कई बारी ये लफज इस्तेमाल होया है। इसनूं इंग्लिश दे विच असीं मिराज भी लफज दे नाल इहनूं याद करदे हां, इसको इहनूं डिस्क्राइब कीता जांदा है। हुंदा की है कि रेगिस्तान विच खास तौर ते जदों सिੱਧੀ ਧੁੱਪ रेत दे उपर पैंदी है ते ਅੱਗੇ ਪਿੱਛੇ ਸਾਰੇ ਪਾਸੇ ਸਿਰਫ रेत ही रेत ਹੁੰਦੀ है, ਤਾਂ उस रेत ਦੀ ਜਿਹੜੀ ਦੂਰੋਂ ਚਮਕ ਹੈ ਉਹ ਇੱਕ ਆਪਟੀਕਲ ਇਲੂਜਨ ਕ੍ਰੀਏਟ ਕਰ ਦਿੰਦੀ ਹੈ, ਇੱਕ ਇਸ ਤਰੀਕੇ ਦਾ ਨਜ਼ਾਰਾ ਕ੍ਰੀਏਟ ਕਰ ਦਿੰਦੀ ਹੈ ਕਿ ਸਾਨੂੰ ਇਉਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਵੇਂ ਦੂਰ ਡਿਸਟੈਂਸ ਦੇ ਵਿੱਚ ਕਿਤੇ ਪਾਣੀ ਦਾ ਕੋਈ ਇਕੱਠ ਹੈ, ਪਾਣੀ ਦਾ ਕੋਈ ਤਲਾਬ ਜਾਂ ਸਰੋਵਰ ਹੈ। ਉਹ ਇਹ ਹੁੰਦਾ ਇੱਕ ਇਲੂਜਨ ਹੀ ਹੈ, ਅਸਲੀਅਤ ਵਿੱਚ ਪਾਣੀ ਹੁੰਦਾ ਨਹੀਂ ਹੈ, ਪਰ ਦੂਰੋਂ ਦੇਖ ਕੇ ਇੰਜ ਫੀਲਿੰਗ ਆਉਂਦੀ ਹੈ ਕਿ ਜਿਵੇਂ ਪਾਣੀ ਹੈ। पानी का जिवें करैक्टरिस्टिक है कि भी कोई भी चीज़ जिहड़ी उहदे नेड़े तेड़े हुंदी है तो उहदी सानू पानी दे अंदर पुट्ठी इमेज नज़र आती है। तो जे उस तरीके की पुट्ठी इमेज का झलकारा सानू सामने नज़र आवे तो सानू यही लगेगा भी शायद पानी के अंदर ही इमेज नज़र आ रही है। हुंदा एक ऑप्टिकल इल्यूजन ही है, भुलेखा ही हुंदा है, भरम हुंदा है। तो रेगिस्तान दे विच किते अगर जे कोई हिरन पहुंच जावे तो ਉਹਨੂੰ ਵੀ ਇਹੀ ਭੁਲੇਖਾ ਪੈ ਜਾਂਦਾ ਹੈ ਤੇ ਜਦੋਂ ਉਹਨੂੰ ਪਿਆਸ ਲੱਗੀ ਹੁੰਦੀ ਹੈ ਤੇ ਫਿਰ ਉਹਨੂੰ ਲੱਗਦਾ ਹੈ ਕਿ ਦੂਰ ਪਾਣੀ ਹੈ ਤੇ ਉਹ ਉਸ ਪਾਣੀ ਵਾਲੇ ਪਾਸੇ ਨੂੰ ਤੁਰਦਾ ਹੈ, ਪਰ ਜਿਉਂ-ਜਿਉਂ ਅੱਗੇ ਜਾਈ ਜਾਂਦਾ ਹੈ ਉਹ ਪਾਣੀ ਦਾ ਜੋ ਅਪੀਅਰੈਂਸ ਹੈ ਉਹ ਵੀ ਅੱਗੇ ਨਿਕਲਦੀ ਜਾਂਦੀ ਹੈ ਕਿਉਂਕਿ ਐਕਚੁਅਲ ਉਹਦੀ ਹੋਂਦ ਤਾਂ ਹੁੰਦੀ ਨਹੀਂ ਹੈ। ਤੋ ਹਿਰਨ ਜੋ ਰੇਗਿਸਤਾਨ ਵਿੱਚ ਗਿਆ ਹੋਇਆ ਇਸ ਪਾਣੀ ਦੀ ਭਾਲ ਦੇ ਵਿੱਚ ਭੁਲੇਖੇ ਦੇ ਵਿੱਚ ਹੀ ਭਟਕਦਾ ਮਰ ਜਾਂਦਾ ਹੈ। तो ये इस करके इनू मृग तृष्णा का नाम दिता जाता है इंग्लिश इनू मिराज कहते हैं। तो भाव यह है भी जी एक्चुअल चीज़ है नहीं है पर अपीयरेंस तो इंज लगता है कि जिवें इहदी कोई होंद है। तो ये माया दी जो माया का जो पसारा है, जो माया दे सानू लगता है कि बेनिफिट्स ने, जो माया के कंफर्ट ने, धार्मिक लिटरेचर आम तौर पर उसकी तुलना भी मृग तृष्णा के नाल की जाती है कि भाई वो लगती है कि सुख देने वाली है, सुख देती नहीं है। जिवें आम तौर पर नैट के उत्ते भी कई बार लिखे हुए लफज मिलते हैं कि पैसे के नाल तुसी बैड खरीद सकते हो, नींद नहीं खरीद सकते। पैसे के नाल दवाइयां खरीद सकते हो, चंगी सेहत नहीं खरीद सकते, जिंदगी नहीं खरीद सकते। पैसे के नाल खाण दी चीज़ां खरीद सकते हो, भुख नहीं खरीद सकते। जे शरीर रोग होवे
ਤੇ ਭੁੱਖ ਨਾ ਲੱਗਦੀ ਹੋਵੇ ਤੇ ਪੈਸੇ ਦੇ ਨਾਲ ਸਮਾਨ ਜਿੰਨਾ ਮਰਜ਼ੀ ਖਰੀਦ ਕੇ ਲੈ ਆਓ, ਭੁੱਖ ਨਹੀਂ ਲੱਗੇਗੀ। तो कहने तो भाव की ਹੁੰਦਾ ਹੈ ਕਿ ਬਈ ਮਾਇਆ ਦੇ ਆਪਣੇ ਲਿਮਿਟਿਡ ਜਿਹੜੇ ਹਨ ਬੈਨੀਫਿਟਸ ਹੈ ਨੇ, ਪਰ ਜ਼ਿੰਦਗੀ ਸਵਾਰਨ ਦੇ ਵਿੱਚ ਮਾਇਆ ਕੰਮ ਨਹੀਂ ਆਉਂਦੀ। ਉਹ ਜਿਹੜੇ ਕੰਫਰਟ ਨੇ ਮਾਇਆ ਦੇ, ਉਹ ਟੈਂਪਰੇਰੀ ਹੁੰਦੇ ਨੇ, ਉਹਨਾਂ ਦਾ ਬੜਾ ਲਿਮਿਟਿਡ ਜਿਹਾ ਰੋਲ ਹੁੰਦਾ ਹੈ। तो इस करके उसे ਨੂੰ ਹੀ ਸਭ ਕੁਝ ਦਾ ਸੁੱਖ ਦਾ ਸਾਧਨ ਸਮਝ ਲੈਣਾ ਇਹ ਇਨਸਾਨ ਦਾ ਭੁਲੇਖਾ ਹੈ। तो इस करके गुरबाणी ਦੇ ਅੰਦਰ ਇਹ ਮਾਇਆ ਦੇ ਜਿਹੜੇ ਰਸ ਹਨ, ਇਹਨਾਂ ਦੀ ਤੁਲਨਾ ਮ੍ਰਿਗ ਤ੍ਰਿਸ਼ਨਾ ਦੇ ਨਾਲ ਕੀਤੀ ਜਾਂਦੀ ਹੈ ਕਿ ਇਹਨਾਂ ਤੋਂ ਲੱਗਦਾ ਤੇ ਹੈ ਕਿ ਪਿਆਸ ਬੁੱਝ ਜਾਏਗੀ, ਪਰ ਉਹ ਅਸਲ ਵਿੱਚ ਪਿਆਸ ਬੁਝਾਉਂਦੀ ਨਹੀਂ ਹੈ, ਬਲਕਿ ਬੰਦੇ ਨੂੰ ਭਰਮਾ ਕੇ ਭਟਕਾ ਕੇ ਮੌਤ ਦਾ ਕਾਰਨ ਬਣ ਜਾਂਦੀ ਹੈ। ਮ੍ਰਿਗ ਤ੍ਰਿਸ਼ਨਾ ਪੇਖ ਭੁੱਲਨੇ ਉੱਠੇ ਨਗਰ ਗੰਧਰਵ। ਨਗਰ ਗੰਧਰਵ, ਗੰਧਰਵ ਨਗਰੀ ਵੀ ਇੱਕ ਟਰਮੀਨੋਲੋਜੀ ਹੈ, ਇੱਕ ਮਾਈਥੋਲੋਜੀਕਲ ਸਿਟੀ ਦੇ ਵਾਸਤੇ, ਜਿਹਦੀ ਹੋਂਦ ਪੁਰਾਣੇ ਮਾਈਥੋਲੋਜੀ ਦੇ ਵਿੱਚ ਕਹੀ ਜਾਂਦੀ ਹੈ, ਜਿਹਨੂੰ ਹਰਚੰਦੌਰੀ ਵੀ ਕਹਿੰਦੇ ਹਨ। ਇਸ ਦੇ ਨਾਲ ਇੱਕ ਕਹਾਣੀ ਜੁੜੀ ਹੋਈ ਹੈ ਕਿ ਜਿਹੜਾ ਸੱਤਿਆਵਾਦੀ ਰਾਜਾ ਹਰੀਸ਼ ਚੰਦਰ ਸੀਗਾ, ਉਹਦੇ ਉੱਤੇ ਸਮਝੋ ਕੋਈ ਖੁਸ਼ ਹੋ ਕੇ ਉਹਨੂੰ ਕਿਸੇ ਵੀ ਦੇਵਤੇ ਨੇ ਜਾਂ ਜਿੰਨੇ ਵੀ ਉਹਨੂੰ ਵਰ ਦੇ ਦਿੱਤਾ ਕਿ ਬਈ ਤੂੰ ਸਰੀਰ ਸਮੇਤ ਸਵਰਗ 'ਚ ਜਾ ਸਕਦਾ ਹੈ। ਤੇ ਉਹਨੇ ਬੇਨਤੀ ਕੀਤੀ ਕਿ ਬਈ ਮੈਂ ਤਾਂ ਜਾਵਾਂ, ਪਰ ਮੇਰਾ ਪ੍ਰਜਾ ਦੇ ਨਾਲ ਬਹੁਤ ਸਨੇਹ ਹੈ ਤੇ ਮੈਂ ਤਾਂ ਹੀ ਸਵਰਗ 'ਚ ਜਾਵਾਂਗਾ ਕੋਈ ਜੇ ਮੇਰੇ ਸਾਰੀ ਜਿਹੜੀ ਸ਼ਹਿਰ ਦੀ ਜਨਤਾ ਹੈ ਉਹ ਵੀ ਮੇਰੇ ਨਾਲ ਹੀ ਸਵਰਗ 'ਚ ਚੱਲੇ। ਮੈਂ ਇਕੱਲਾ ਨਹੀਂ ਜਾਵਾਂਗਾ, ਮੇਰਾ ਪਰਿਵਾਰ, ਮੇਰੇ ਪ੍ਰਜਾ ਸਾਰਿਆਂ ਨੂੰ ਤੁਸੀਂ ਨਾਲ ਹੀ ਭੇਜੋ ਤੇ ਤਾਂ ਮੈਂ ਸਵਰਗ 'ਚ ਜਾਣ ਨੂੰ ਤਿਆਰ ਹਾਂ। ਤੋ ਉਹ ਕਹਿੰਦੇ ਹਨ ਵੀ ਦੇਵਤੇ ਜੋ ਵੀ ਸੀ, ਜਿੰਨੇ ਵੀ ਉਹਨੂੰ ਵਰ ਦਿੱਤਾ ਸੀ, ਉਹ ਬੜੇ ਤਰੁੱਠੇ ਸੀ ਉਹਦੇ ਤੇ, ਬੜੇ ਖੁਸ਼ ਸੀਗੇ ਤੇ ਉਹਨਾਂ ਨੇ ਇਹਦੀ ਇਹ ਮੰਗ ਵੀ ਪ੍ਰਾਪਤ ਕਰ ਲਈ, ਐਕਸੈਪਟ ਕਰ ਲਈ, ਮੰਨ ਲਈ। ਤਾਂ ਕਹਿੰਦੇ ਹਨ ਜੀ ਹੁਣ ਸਾਰਾ ਸ਼ਹਿਰ ਹੀ ਧਰਤੀ ਤੋਂ ਉੱਡ ਕੇ, ਕਿਉਂਕਿ ਉਹਨਾਂ ਦੇ ਮੁਤਾਬਕ ਤਾਂ ਸਵਰਗ ਉੱਪਰ ਅਸਮਾਨ 'ਚ ਹੈ ਨਾ ਕਿਤੇ, ਤਾਂ ਉੱਪਰ ਨੂੰ ਉੱਡਣਾ ਸ਼ੁਰੂ ਹੋ ਗਿਆ। ਉਹ ਕਹਿੰਦੇ ਨੇ ਕਿ ਜੋ ਕਹਾਣੀ ਹੈ ਹੁਣ ਕਿ ਜਿਸਲੇ ਇਹ ਧਰਤੀ ਵੱਲੋਂ ਇਹ ਪੂਰੇ ਦਾ ਪੂਰਾ ਹਰੀਸ਼ ਚੰਦਰ ਦਾ ਜਿਹੜਾ ਸ਼ਹਿਰ ਹੈ ਰਾਜ ਦਾ, ਉਹ ਉੱਪਰ ਨੂੰ ਉੱਡ ਰਿਹਾ ਸੀਗਾ, ਤਾਂ ਉੱਥੇ ਸਾਰੇ ਬਾਕੀ ਲੋਕੀ ਵੀ ਸਨ, ਜਿੰਨੇ ਵੀ ਸੀ, ਸਾਰਾ ਸ਼ਹਿਰ ਦਾ ਸ਼ਹਿਰ ਤੋਂ ਚੱਲ ਪਿਆ। ਤਾਂ ਇੱਕ ਖੋਤਾ ਰਿੰਗ ਪਿਆ, ਖੋਤੇ ਦੇ ਰਿੰਗਣ ਦੀ ਆਵਾਜ਼ ਆ ਗਈ। ਉਹ ਕਹਿੰਦੇ ਹਰੀਸ਼ ਚੰਦਰ ਦੇ ਮਨ ਦੇ ਵਿੱਚ ਨਾ ਹੰਕਾਰ ਆ ਗਿਆ, ਦੇਖੋ ਮੇਰੀ ਕਿਰਪਾ ਦੇਖੋ ਕਿ ਖੋਤਾ ਵੀ ਸਵਰਗ ਨੂੰ ਜਾ ਰਿਹਾ। ਉਹਦੇ ਮਨ 'ਚ ਇਸ ਲਈ ਹੰਕਾਰ ਆ ਗਿਆ ਤਾਂ ਦੇਵਤਿਆਂ ਨੂੰ ਉਹਦੇ ਤੇ ਕਰੋਪੀ ਹੋ ਗਈ ਕਿ ਵੀ ਇਹ ਤਾਂ ਗਲਤ ਗੱਲ ਹੋ ਗਈ, ਇਹ ਤੇ ਹੁਣ ਸਵਰਗ 'ਚ ਵਸਣ ਦੇ ਲਾਇਕ ਨਹੀਂ ਹੈ। ਤਾਂ ਉਹ ਸ਼ਹਿਰ ਜਿੱਥੇ ਸੀਗਾ ਉੱਥੇ ਦਾ ਉੱਥੇ ਬ੍ਰੇਕ ਲੱਗ ਗਈ। ਉਹ ਜਿੰਨਾ ਰਸਤਾ ਅਸਮਾਨ 'ਚ ਕਵਰ ਹੋਇਆ ਸੀਗਾ ਉਹ ਉੱਥੇ ਦਾ ਉੱਥੇ ਹੀ ਰੁਕ ਗਿਆ ਤੇ ਫਿਰ ਉਹਨੂੰ ਉੱਥੇ ਹੀ ਚੱਕਰ ਲਾਈ ਜਾ ਰਿਹਾ। ਤੋ ਕਦੀ ਨਜ਼ਰ ਆ ਜਾਂਦਾ ਹੈ, ਕਦੀ ਨਹੀਂ ਨਜ਼ਰ ਆਉਂਦਾ। ਇਹ ਪੁਰਾਣੇ ਜਿਹੜੇ ਇਤਿਹਾਸਕ ਲਿਟਰੇਚਰ ਹੈ ਉਹਦੇ ਵਿੱਚ ਇਸ ਤਰੀਕੇ ਦੀ ਗੱਲ ਮਿਲਦੀ ਹੈ। ਤੋ ਇਹ ਜਿਹੜੀ ਨਗਰੀ ਹੈ ਉਹਨੂੰ ਗੰਧਰਵ ਨਗਰੀ ਵੀ ਕਹਿੰਦੇ ਨੇ, ਹਰਚੰਦੌਰੀ ਵੀ ਕਹਿੰਦੇ ਹਨ, ਜਿਹਦੀ ਐਕਚੁਅਲ 'ਚ ਵੈਸੇ ਕੋਈ ਹੋਂਦ ਹੈ ਨਹੀਂ ਹੈ, ਪਰ ਇਹ ਮਿਥਿਹਾਸਕ ਕਹਾਣੀ ਜੁੜੀ ਹੋਈ ਹੈ ਕਿ ਇਹਦੀ ਹੋਂਦ ਮੰਨੀ ਜਾਂਦੀ ਹੈ, ਜਿਹੜੀ ਕਦੀ ਨਜ਼ਰ ਆਉਂਦੀ ਕਦੀ ਨਹੀਂ ਨਜ਼ਰ ਆਉਂਦੀ, ਪਰ ਉਹਦਾ ਅਸਤਿਤਵ ਕੋਈ ਹੈ ਨਹੀਂ। ਤਾਂ ਗੁਰਬਾਣੀ ਵਿੱਚ ਇਹਨੂੰ ਐਜ਼ ਐਨ ਐਗਜ਼ਾਮਪਲ ਇਸ ਨੂੰ ਨਗਰ ਗੰਧਰਵ ਜਾਂ ਹਰਚੰਦੌਰੀ ਵੀ ਕਈ ਜਗ੍ਹਾ ਤੇ ਲਫ਼ਜ਼ ਵਰਤਿਆ ਗਿਆ ਹੈ। ਉਹ ਇਸ ਸੈਂਸ ਵਿੱਚ ਵਰਤਿਆ ਗਿਆ ਹੈ ਕਿ ਮਾਇਆ ਦੇ ਸੁੱਖ ਵੀ ਇਹ ਹਰਚੰਦੌਰੀ ਵਰਗੇ ਹੀ ਹਨ, ਜਿਹੜੇ ਲੱਗਦੇ ਤੇ ਹਨ ਕਿ ਸੁੱਖ ਦੇਣਗੇ, ਪਰ ਜੇ ਲੱਭਣ ਜਾਓ ਤਾਂ ਫਿਰ ਉਹ ਤੋਂ ਅੱਗੇ ਹੱਥ ਨਹੀਂ ਆਉਂਦੇ, ਲੱਭਦੇ ਨਹੀਂ ਹਨ, ਕਿਉਂਕਿ ਉਹ ਹਰਚੰਦੌਰੀ ਵਿੱਚ ਕਿਸੇ ਹੋਰ ਦੀ ਐਂਟਰੀ ਮਨਾ ਹੈ, ਕੋਈ ਹੋਰ ਬੰਦਾ ਉਹਦੇ 'ਚ ਐਂਟਰ ਨਹੀਂ ਕਰ ਸਕਦਾ ਜੋ ਉਹਨਾਂ ਦੀ ਕਹਾਣੀ ਦੇ ਮੁਤਾਬਕ। तो मृग तृष्णा पेख भुलने बुठे नगर गंधर्व। तो कहते हैं कि भी ਜਿਹੜੇ ਇਨਸਾਨ ਮਾਇਆ ਦੇ ਮੋਹ ਦੇ ਵਿੱਚ ਜਕੜੇ ਹੋਏ ਹਨ ਉਹ ਇਵੇਂ ਹੀ ਹਨ ਜਿਵੇਂ ਕੋਈ ਮ੍ਰਿਗ ਤ੍ਰਿਸ਼ਨਾ ਜੰਗਲ ਰੇਗਿਸਤਾਨ ਦੇ ਅੰਦਰ ਉਸ ਮਿਰਾਜ ਨੂੰ, ਮ੍ਰਿਗ ਤ੍ਰਿਸ਼ਨਾ ਨੂੰ ਦੇਖ ਕੇ ਉਹ ਠੱਗ ਨੀਰਜ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਮਗਰ, ਉਸ ਮਿਰਾਜ ਦੇ ਮਗਰ ਦੌੜਦਾ ਦੌੜਦਾ ਹੀ ਆਪਣੀ ਜਾਨ ਗਵਾ ਬੈਂਦਾ ਹੈ। ਜਾਂ ਜਿਵੇਂ ਕੋਈ ਕੋਸ਼ਿਸ਼ ਕਰੇ ਕਿ ਗੰਧਰਵ ਨਗਰੀ ਨੂੰ ਵੇਖ ਕੇ ਉਹਨੂੰ ਝੌਲਾ ਪਵੇ ਕਿ ਵੀ ਉੱਥੇ ਦੇ ਉੱਪਰ ਹਰਚੰਦੌਰੀ ਨਜ਼ਰ ਆ ਗਈ ਹੈ ਤੇ ਮੈਂ ਉੱਥੇ ਜਾ ਕੇ ਵਿੱਚ ਵੜ ਜਾਵਾਂ, ਉਹ ਮੁਮਕਿਨ ਨਹੀਂ ਹੈ। तो ये जिंदगी कुराए पान वाला कम है, भुलेखे च पैन वाला कम है। तो माया का मोह इसे तरीके का ही है। मृग तृष्णा पेख भुलने उठे नगर गंधर्व, जिन्नी सच आराध्या जिन्होंने उस सदा कायम रहने वाले
ਉਹ ਪ੍ਰਭੂ ਜੋ ਸਦਾ ਕਾਇਮ ਰਹਿਣ ਵਾਲਾ, ਜਿਹਦੇ ਵਿੱਚ ਕਦੀ ਕੋਈ ਬਦਲਾਵ ਨਹੀਂ ਹੈ, ਜਿਹੜਾ ਅਡੋਲ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਆਰਾਧਨਾ ਜਿਨ੍ਹਾਂ ਨੇ ਕੀਤੀ ਹੈ, ਜਿਨ੍ਹਾਂ ਨੇ ਉਸ ਦਾ ਨਾਮ ਸਿਮਰਿਆ ਹੈ, ਉਹਨਾਂ ਦੇ ਮਨ ਅਤੇ ਤਨ ਦੇ ਅੰਦਰ ਫੱਬਤ, ਸੁਹੱਪਨ, ਸੁੰਦਰਤਾ ਪੈਦਾ ਹੋ ਜਾਂਦੀ ਹੈ। ਨਾਨਕ ਮਨ ਤਨ, ਮਨ ਦੇ ਨੰਨੇ ਨੂੰ ਸਿਆਰੀ, ਤਨ ਦੇ ਨੰਨੇ ਨੂੰ ਸਿਆਰੀ, ਮਨ ਵਿੱਚ ਔਰ ਤਨ ਦੇ ਵਿੱਚ ਫੱਬ ਭਾਵ ਫੱਬਤ, ਸੁਹੱਪਨ ਜੀਵਨ ਦੀ ਸੁੰਦਰਤਾ ਭਾਵ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਹਨ, ਸੋਹਣੇ ਗੁਣ ਪ੍ਰਗਟ ਹੋ ਜਾਂਦੇ ਹਨ। ਜਿਨੀ ਸੱਚ ਆਰਾਧਿਆ, ਜਿਨ੍ਹਾਂ ਨੇ ਵੀ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਆਰਾਧਨਾ ਕੀਤੀ, ਜਿਨ੍ਹਾਂ ਨੇ ਉਸ ਦੀ ਯਾਦ ਨੂੰ, ਉਸ ਦੇ ਗੁਣਾਂ ਦੇ ਨਾਲ ਸਾਂਝ ਪਾ ਕੇ ਉਹਦੀ ਯਾਦ ਨੂੰ ਹਿਰਦੇ 'ਚ ਵਸਾ ਲਿਆ, ਉਹਨਾਂ ਦੇ ਮਨ ਤਨ ਦੇ ਅੰਦਰ ਉਹ ਸੋਹਣੇ ਗੁਣ ਪ੍ਰਗਟ ਹੋ ਜਾਂਦੇ ਹਨ। ਨਾਨਕ ਮਨ ਤਨ ਫੱਬਤ ਹੋ ਜਾਂਦੀ ਹੈ, ਉਹ ਬੜੇ ਸੋਹਣੇ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਫਿਰ ਕੋਈ ਕੁਮੰਤਰੀਆਂ ਵਾਲੀ, ਕੋਈ ਜਿੱਲਣ ਵਾਲੀ, ਕੋਈ ਵਿਕਾਰਾਂ ਵਾਲੀ ਕੋਈ ਦੋਸ਼, ਕਿਸੇ ਕਿਸਮ ਦਾ ਕੋਈ ਮਾੜਾ ਵਿਚਾਰ ਨਹੀਂ ਰਹਿ ਜਾਂਦਾ। ਸ਼ੁਭ ਗੁਣਾਂ ਦੇ ਨਾਲ ਉਹਨਾਂ ਦੀ ਸਾਂਝ ਪੈ ਜਾਂਦੀ ਹੈ। ਅਗਲਾ ਸ਼ਲੋਕ ਨੰਬਰ 15। ਪਤਿਤ ਉਦਾਹਰਨ ਪਾਰ ਬ੍ਰਹਮ, ਸਮਰੱਥ ਪੁਰਖ ਅਪਾਰ, ਜਿਸੈ ਉਧਾਰੇ ਨਾਨਕਾ, ਸੋ ਸਿਮਰੇ ਸਿਰਜਣਹਾਰ। ਪਤਿਤ ਉਦਾਹਰਨ ਪਾਰ ਬ੍ਰਹਮ, ਪਤਿਤ ਦਾ ਅਰਥ ਹੁੰਦਾ ਹੈ ਜਿਹੜਾ ਕਿਸੇ ਉੱਚੀ ਥਾਂ ਤੋਂ ਗਿਰ ਗਿਆ। ਪਤਨ ਦਾ ਜਿਵੇਂ ਵਿਮਾਨ ਪਤਨ, 에ਅਰਪੋਰਟ ਨੂੰ ਕਹਿੰਦੇ ਨੇ ਵਿਮਾਨ ਪਤਨ, ਜਿੱਥੇ ਲੈਂਡ ਕਰਦਾ ਹੈ ਹਵਾਈ ਜਹਾਜ਼। ਉੱਚੀ ਥਾਂ ਤੋਂ ਨੀਵੀਂ ਥਾਂ ਤੇ ਆਣਾ, ਉਸਨੂੰ ਕਿਹਾ ਜਾਂਦਾ ਹੈ ਪਤਨ। ਤੇ ਜਿਹਦਾ ਪਤਨ ਹੋ ਚੁੱਕਾ ਹੈ, ਜਿਹੜਾ ਉੱਚੀ ਥਾਂ ਤੋਂ ਥੱਲੇ ਗਿਰ ਗਿਆ ਹੈ, ਉਹ ਪਤਿਤ ਹੈ। ਪਤਿਤਾਂ ਦਾ ਉਦਾਹਰਨ ਕਰਨ ਵਾਲਾ ਕੌਣ ਹੈ? ਉਹ ਹੈ ਪਾਰ ਬ੍ਰਹਮ, ਉਹ ਪ੍ਰਭੂ, ਉਹ ਬੇਅੰਤ ਪ੍ਰਭੂ ਪਤਿਤਾਂ ਨੂੰ ਵੀ ਉਦਾਹਰਨ ਵਾਲਾ ਹੈ। ਸਮਰੱਥ ਪੁਰਖ ਅਪਾਰ, ਉਹ ਸਮਰੱਥ ਜੋ ਸਾਰੇ ਗੁਣਾ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਉਹ ਪੁਰਖ ਜੋ ਵਿਆਪਕ ਹੈ, ਸਰਵ ਵਿਆਪਕ ਹੈ, ਜੋ ਅਪਾਰ ਹੈ, ਜੋ ਬੇਅੰਤ ਹੈ, ਉਹ ਪਾਰ ਬ੍ਰਹਮ ਪਤਿਤਾਂ ਨੂੰ ਉਦਾਹਰਨ ਵਾਲਾ ਹੈ। ਉਹ ਇੱਥੇ ਕਿਹੜੇ ਪਤਿਤ ਦੀ ਗੱਲ ਹੋ ਰਹੀ ਹੈ? ਪਤਨ ਦੀ ਗੱਲ ਹੋ ਰਹੀ ਹੈ। ਇੱਥੇ ਗੱਲ ਹੋ ਰਹੀ ਹੈ ਪਤਨ ਦੀ, ਕਿ ਜੇ ਕਿਸੇ ਦੀ ਮਾਨਸਿਕ ਅਵਸਥਾ, ਆਤਮਕ ਅਵਸਥਾ ਜਿਹੜੀ ਹੈ ਉਹ ਨਿਵਾਨ ਵੱਲ ਚਲੀ ਜਾਂਦੀ ਹੈ, ਵਿਕਾਰਾਂ ਦੇ ਵਿੱਚ ਡੁੱਬ ਜਾਂਦੀ, ਖੁਬੜੀ ਕੁਥਾਏ ਜਿਹੜੀ ਭੈੜੀ ਥਾਂ ਤੇ ਫਸ ਜਾਂਦੀ ਹੈ, ਤਾਂ ਉਹ ਮਾਨੋ ਪਤਿਤ ਹੋ ਗਿਆ ਨਾ, ਉੱਚੇ ਥਾਂ ਤੋਂ ਨੀਵੇਂ ਥਾਂ ਤੇ ਚਲਾ ਗਿਆ। ਵਿਕਾਰਾਂ 'ਚ ਫਸਿਆ ਹੋਇਆ ਨੀਵੀਂ ਥਾਂ ਤੇ ਹੈ, ਸ਼ੁਭ ਗੁਣਾਂ ਨਾਲ ਜੁੜਿਆ ਹੋਇਆ ਉੱਚੀ ਥਾਂ ਤੇ ਹੈ। ਉਹ ਨੀਵੇਂ ਵਿਕਾਰਾਂ ਦੇ ਨਾਲ, ਔਗਣਾਂ ਦੇ ਨਾਲ ਭਰਿਆ ਹੋਇਆਂ ਨੂੰ ਉੱਚਾ ਚੁੱਕ ਕੇ ਸ਼ੁਭ ਗੁਣਾਂ ਵਾਲੇ ਬਣਾਉਣ ਦੀ ਸਮਰੱਥਾ ਉਸ ਪਾਰ ਬ੍ਰਹਮ ਵਿੱਚ ਹੈ। ਉਹ ਸਾਰੇ ਪਤਿਤਾਂ ਦਾ ਵੀ ਉਧਾਰ ਕਰਨ ਵਾਲਾ ਹੈ, ਉਹਨਾਂ ਦਾ ਵੀ ਬੇੜਾ ਪਾਰ ਕਰਨ ਵਾਲਾ ਹੈ। ਜਿਸੇ ਉਧਾਰੇ ਨਾਨਕਾ, ਸੋ ਸਿਮਰੇ ਸਿਰਜਣਹਾਰ। ਜਿਸ ਜੀਵ ਨੂੰ ਪ੍ਰਭੂ ਆਪ ਬਖਸ਼ਿਸ਼ ਕਰਕੇ ਵਿਕਾਰਾਂ ਵਿੱਚੋਂ ਕੱਢ ਕੇ ਉੱਚੇ ਚੁੱਕ ਲੈਂਦਾ ਹੈ, ਜਿਹਨੂੰ ਬਖਸ਼ਿਸ਼ ਕਰਕੇ ਉਹ ਪੂਰੇ ਗੁਰੂ ਦੇ ਨਾਲ ਜਿਹਦਾ ਮਿਲਾਪ ਕਰਾ ਦਿੰਦਾ ਹੈ, ਫਿਰ ਉਹ ਵੀ ਉਸ ਸਿਰਜਣਹਾਰ ਪ੍ਰਭੂ ਦੀ ਯਾਦ ਦੇ ਵਿੱਚ ਜੁੜ ਜਾਂਦਾ ਹੈ। ਜਿਸੇ ਉਧਾਰੇ ਨਾਨਕਾ, ਸੋ ਸਿਮਰੇ ਸਿਰਜਣਹਾਰ। तो इस श्लोक तो एक बड़ी पॉजिटिव जो है सानू सेंस मिलती है, बड़ा पॉजिटिव मैसेज मिलता है कि कभी भी किसी को होप लूज नहीं करनी चाहिए कि किसी भी अवस्था में किसी की जिंदगी चल रही होवे, ਉਹਦਾ ਇਹ ਨਹੀਂ ਹੈ ਕਿ ਵੀ ਹੋਪਲੈਸ ਸਿਚੁਏਸ਼ਨ ਨਹੀਂ ਹੁੰਦੀ ਕਦੀ ਵੀ। ਹਮੇਸ਼ਾ ਜ਼ਿੰਦਗੀ 'ਚ ਹੋਪ ਕਾਇਮ ਰਹਿਣੀ ਚਾਹੀਦੀ ਹੈ ਕਿ ਉਹ ਪਤਿਤ ਦਾ ਵੀ ਉਧਾਰ ਕਰਨ ਵਾਲਾ ਹੈ ਪ੍ਰਭੂ। ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਦੀ ਸਾਨੂੰ ਹਮੇਸ਼ਾ ਆਸ ਰੱਖਣੀ ਚਾਹੀਦੀ ਹੈ, ਔਰ ਉਹਦੇ ਅੱਗੇ ਹੀ ਬੇਨਤੀ ਕਰਨੀ ਚਾਹੀਦੀ ਹੈ ਕਿ ਤੂੰ ਤਾਂ ਪਤਿਤ ਦਾ ਉਧਾਰ ਕਰਨ ਵਾਲਾ ਹੈ, ਤੇ ਸਾਡੇ ਵਰਗਿਆਂ ਦੀ ਵੀ ਬਾਹ ਫੜ ਕੇ ਸਾਨੂੰ ਵੀ ਇਸ ਜਿੱਲਣ ਵਿੱਚੋਂ ਬਾਹਰ ਕੱਢ ਲੈ। ਉਹ ਸਮਰੱਥ ਪ੍ਰਭੂ ਸ਼ਰਨ ਵਿੱਚ ਆਇਆਂ ਨੂੰ ਕੰਠ ਨਾਲ ਲਾ ਲੈਂਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਗੁਰਬਾਣੀ ਇਸ ਗੱਲ ਦੀ ਵੀ ਅਸ਼ੋਰੈਂਸ ਦਿੰਦੀ ਹੈ ਕਿ ਜਿਹੜਾ ਪੂਰਨ ਭਰੋਸੇ ਦੇ ਨਾਲ, ਪੂਰਨ ਦ੍ਰਿੜਤਾ ਦੇ ਨਾਲ, ਨਿਰਮਲ ਭਾਵ ਦੇ ਨਾਲ ਜਿਹੜਾ ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਸਰੈਂਡਰ ਕਰ ਦਿੰਦਾ ਹੈ, ਸਮਰਪਿਤ ਕਰ ਦਿੰਦਾ ਹੈ, ਉਹਦੀ ਸ਼ਰਨ ਵਿੱਚ ਪੈ ਜਾਂਦਾ ਹੈ, ਪ੍ਰਭੂ ਉਸ ਨੂੰ ਆਪਣੇ ਕੰਠ ਨਾਲ ਲਾ ਲੈਂਦਾ ਹੈ ਤੇ ਉਹਦਾ ਉਧਾਰ ਕਰ ਦਿੰਦਾ ਹੈ। ਇਸੇ ਹੀ ਭਾਵ ਨੂੰ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਦਰਜ ਕੀਤਾ ਹੈ ਕਿ ਪਤਿਤ ਉਦਾਹਰਨ ਪਾਰ ਬ੍ਰਹਮ, ਸਮਰੱਥ ਪੁਰਖ ਅਪਾਰ।
ਉਹ ਪਰਾਰ ਬ੍ਰਹਮ ਸਮਰੱਥ ਹੈ, ਸਭ ਕੁਝ ਕਰਨ ਦੇ ਲਾਇਕ ਹੈ, ਸਭ ਚੀਜ਼ਾਂ ਦਾ, ਸਭ ਤਾਕਤਾਂ ਦਾ ਮਾਲਕ ਹੈ, ਸਰਵ ਵਿਆਪਕ ਹੈ, ਬੇਅੰਤ ਹੈ ਤੇ ਪਤਿਤਾਂ ਨੂੰ ਡਿੱਗੇ ਹੋਇਆਂ ਨੂੰ ਇਹ ਵਿਕਾਰਾਂ ਵਿੱਚ ਫਸੇ ਹੋਇਆਂ ਨੂੰ ਇਹ ਉਦਾਹਰਨ ਦੀ ਤਾਕਤ ਰੱਖਦਾ ਹੈ, ਉਹ ਉਦਾਹਰਦਾ ਹੈ ਤੇ ਜਿਹਨਾਂ ਨੂੰ ਉਦਾਹਰ ਦਿੰਦਾ ਹੈ ਉਹ ਵੀ ਫਿਰ ਉਸੇ ਦੀ ਸਿਮਰਨ ਦੇ ਵਿੱਚ ਉਹਦੀ ਯਾਦ ਵਿੱਚ ਜੁੜ ਜਾਂਦੇ ਹਨ ਤੇ ਉਹਦੇ ਨਾਲ ਅਭੇਦ ਹੋ ਜਾਂਦੇ ਹਨ। ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ, ਉਹ ਵੀ ਫਿਰ ਉਸ ਦੀ ਯਾਦ ਵਿੱਚ ਜੁੜ ਕੇ ਉਹਦੇ ਨਾਲ ਭੇਦਤਾ ਹਾਸਲ ਕਰ ਲੈਂਦੇ ਹਨ, ਉਹਦੇ ਨਾਲ ਹੀ ਜੁੜ ਜਾਂਦੇ ਹਨ। ਸੋ ਅੱਜ ਦੇ ਵਿਚਾਰ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।